ਬਰਤਾਨੀਆ ਦੀ ਮਹਾਰਾਣੀ ਦੀ ਮੌਤ ਤੋਂ ਬਾਅਦ ਉਹਨਾਂ ਦੇ ਤਾਜ ਵਿੱਚ ਜੜੇ ਜਾਂਦੇ ਬੇਸ਼ਕੀਮਤੀ ਹੀਰਾ ਕੋਹਿਨੂਰ ਦੀ ਭਾਰੀ ਮੰਗ ਉੱਠਣ ਲੱਗੀ ਹੈ। जी हाँ, ट्विटर के उपर बहुत सारे लोगों के वालों हैशटैग क्वीन एलिजाबैथ, हैशटैग कोहिनूर डायमंड की मांग होने लगी है। ये जो ट्वीट है इसमें ट्रेंड किया जा रहा है कि यह हीरा भारत को वापस किया जाए। पंजाब समेत जड़ियाँ भारत दी होर स्टेट्स ने उत्थों के लोग भी इस हीरे की मंग कर लगे ने। तो इत्थे एक होर गल दस देने हाँ कि भारत समेत बहुत सारे इहो जिहे होर भी देश ने जिहड़े इस हीरे के उत्ते अपना हक दसदे ने। इस बेशकीमती हीरे जिहड़ा कि कदे साडे महाराजा रणजीत सिंह दे कोल होया करदा सी, कदे खालसा राज दी जगीर ते विरासत होया करदा सी। इस कीमती हीरे की अज तुहानूं जानकारी देण जा रहे हैं। कोहिनूर हीरे का सब तो पहला जिक्र जिहड़ा आ, इस अनमोल हीरे का पहला अधिकारत जिक्र आ ਉਹ 1750 ਦੇ ਵਿੱਚ ਫਾਰਸੀ ਦੇ ਇਤਿਹਾਸਕਾਰ ਮੁਹੰਮਦ ਮਾਰਵੀ ਦੇ ਵੱਲੋਂ ਨਾਦਰ ਸ਼ਾਹ ਦੇ ਭਾਰਤ ਸੰਬੰਧੀ ਵਰਣਨ ਦੇ ਵਿੱਚ ਕੀਤਾ ਹੋਇਆ ਮਿਲਦਾ ਹੈ। ਇਤਿਹਾਸਕਾਰ ਮਾਰਵੀ ਲਿਖਦੇ ਨੇ ਕਿ ਉਹਨਾਂ ਨੇ ਆਪਣੇ ਅੱਖੀਂ ਇਸ ਕੋਹਿਨੂਰ ਹੀਰੇ ਨੂੰ ਦੇਖਿਆ ਸੀ। ਉਸ ਵੇਲੇ ਇਹ ਤਖਤੇ ਤਾਊਸ, ਨਾਦਰ ਸ਼ਾਹ ਦੇ ਤਖਤੇ ਤਾਊਸ ਦੇ ਵਿੱਚ ਉੱਪਰਲੇ ਹਿੱਸੇ ਵਿੱਚ ਜੜਿਆ ਹੋਇਆ ਸੀ, ਜੋ ਕਿ ਨਾਦਰ ਸ਼ਾਹ ਦਿੱਲੀ ਤੋਂ ਲੁੱਟ ਕੇ ਲਿਆਇਆ ਸੀ। ਉਹ ਦੱਸਦੇ ਨੇ ਕਿ ਕੋਹਿਨੂਰ ਮੁਰਗੀ ਦੇ ਛੋਟੇ ਅੰਡੇ ਦੇ ਸਾਈਜ਼ ਦਾ ਸੀ ਅਤੇ ਉਸ ਵੇਲੇ ਇਹਦੀ ਕੀਮਤ ਇੰਨੀ ਜ਼ਿਆਦਾ ਸੀ ਕਿ ਇਸ ਨੂੰ ਵੇਚ ਕੇ ਪੂਰੀ ਦੁਨੀਆ ਦੇ ਲੋਕਾਂ ਨੂੰ 2.5 ਦਿਨ ਤੱਕ ਖਾਣਾ ਖਵਾਇਆ ਜਾ ਸਕਦਾ ਸੀ। ਇਸ ਹੀਰੇ ਦੇ ਬਾਰੇ ਬਹੁਤ ਸਾਰੇ ਵੱਖ-ਵੱਖ ਇਤਿਹਾਸਕਾਰਾਂ ਦੇ ਵੱਲੋਂ ਵੱਖ-ਵੱਖ ਜਿਹੜੇ ਬਿਆਨ ਆ ਉਹ ਦਿੱਤੇ ਗਏ ਨੇ। ਇਸੇ ਤਰ੍ਹਾਂ ਵਿਲੀਅਮ ਡਾਲ ਰੇਂਪਲ ਲਿਖਦੇ ਨੇ ਕਿ ਨਾਦਰ ਸ਼ਾਹ ਦੇ ਕੋਲ ਜਦੋਂ ਇਹ ਹੀਰਾ ਪਹੁੰਚਿਆ ਉਹਦੇ ਤੋਂ ਬਾਅਦ ਦੁਨੀਆ ਦੇ ਧਿਆਨ ਵਿੱਚ ਪਹਿਲੀ ਵਾਰ ਕੋਹਿਨੂਰ ਹੀਰਾ ਆਇਆ ਸੀ। ਇੱਕ ਹੋਰ ਇਤਿਹਾਸਕਾਰ ਨੇ ਥੀਓ ਮੈਟਕॉफ, ਉਹ ਲਿਖਦੇ ਨੇ ਕਿ ਦਰਬਾਰ ਦੇ ਵਿੱਚ ਇੱਕ ਨੱਚਣ ਵਾਲੀ ਸੀ ਨੂਰ ਬਾਈ, ਉਸਨੇ ਨਾਦਰ ਸ਼ਾਹ ਨੂੰ ਮੁਖਬਰੀ ਕੀਤੀ ਸੀ ਕਿ ਮੁਹੰਮਦ ਸ਼ਾਹ ਨੇ ਆਪਣੀ ਪੱਗ ਦੇ ਵਿੱਚ ਕੋਹਿਨੂਰ ਹੀਰੇ ਨੂੰ ਲੁਕੋਇਆ ਹੋਇਆ ਹੈ। ਉਹ ਆਪਣੀ ਪੱਗ ਦੇ ਵਿੱਚ ਹੀ ਇਸ ਹੀਰੇ ਨੂੰ ਰੱਖਦਾ ਸੀ। ਤਾਂ ਨਾਦਰ ਸ਼ਾਹ ਨੇ ਇੱਕ ਜੁਗਤੀ ਸੋਚੀ। ਉਸਨੇ ਮੁਹੰਮਦ ਸ਼ਾਹ ਦੇ ਕੋਲ ਗਿਆ ਤੇ ਮੁਹੰਮਦ ਸ਼ਾਹ ਨੂੰ ਕਹਿਣ ਲੱਗਾ ਕਿ ਆਓ ਦੋਸਤੀ ਦੇ ਨਾਮ ਤੇ ਆਪਾਂ ਪੱਗ ਜਿਹੜੀ ਹੈ ਇੱਕ ਦੂਸਰੇ ਦੇ ਨਾਲ ਬਦਲਾ ਲਈਏ। ਤਾਂ ਇਹ ਪੱਗ ਬਦਲਾਉਣ ਦੇ ਨਾਲ ਹੀ ਕੋਹਿਨੂਰ ਹੀਰਾ ਜਿਹੜਾ ਕਿ ਮੁਹੰਮਦ ਸ਼ਾਹ ਦੀ ਪੱਗ ਵਿੱਚ ਹੋਇਆ ਕਰਦਾ ਸੀ, ਉੱਥੋਂ ਇਹ ਨਾਦਰ ਸ਼ਾਹ ਦੇ ਕੋਲ ਆ ਗਿਆ ਤੇ ਫਿਰ ਇਹ ਕਈ ਹੱਥੀਂ ਜਿਹੜਾ ਕੋਹਿਨੂਰ ਹੀਰਾ ਉਹ ਗਿਆ ਕਈ ਸ਼ਾਸਕਾਂ ਦੇ ਕੋਲ ਗਿਆ। ਇਸ ਤਰ੍ਹਾਂ ਨਾਦਰ ਸ਼ਾਹ ਦੀ ਚਲਾਕੀ ਕਰਕੇ ਕੋਹਿਨੂਰ ਹੀਰਾ ਸਭ ਤੋਂ ਪਹਿਲਾਂ ਉਹਨਾਂ ਦੇ ਹੱਥਾਂ ਦੇ ਵਿੱਚ ਆਇਆ, ਪਰ ਜ਼ਿਆਦਾ ਦੇਰ ਤੱਕ ਉਹਨਾਂ ਦੇ ਹੱਥਾਂ ਵਿੱਚ ਨਾ ਠਹਿਰ ਸਕਿਆ। ਜਦੋਂ ਨਾਦਰ ਸ਼ਾਹ ਨੇ ਇਸ ਹੀਰੇ ਨੂੰ ਦੇਖਿਆ ਸੀ ਤਾਂ ਉਹ ਇਸ ਹੀਰੇ ਨੂੰ ਦੇਖਦਾ ਹੀ ਰਹਿ ਗਿਆ ਸੀ, ਹੱਕਾ ਬੱਕਾ ਰਹਿ ਗਿਆ ਸੀ। ਤੇ ਨਾਦਰ ਸ਼ਾਹ ਨੇ ਇਸ ਹੀਰੇ ਦਾ ਨਾਮ ਕੋਹਿਨੂਰ ਯਾਨੀ ਕਿ ਰੋਸ਼ਨੀ ਦਾ ਪਹਾੜ ਰੱਖਿਆ ਸੀ। ਦੱਸ ਦਈਏ ਕਿ ਨਾਦਰ ਸ਼ਾਹ ਦੀ ਜੋ ਲੁੱਟ ਸੀ ਉਹਦੇ ਵਿੱਚੋਂ ਸਭ ਤੋਂ ਵੱਧ ਕੀਮਤੀ ਇਹ ਹੀਰਾ ਕੋਹਿਨੂਰ ਹੀਰਾ ਹੀ ਸੀ, ਜਿਹੜਾ ਕਿ ਉਹਦਾ ਸਭ ਤੋਂ ਵੱਧ ਕੀਮਤੀ ਖਜ਼ਾਨਾ ਸੀ। ਨਾਦਰ ਸ਼ਾਹ ਦੇ ਕੋਲ ਜ਼ਿਆਦਾ ਦਿਨ ਤੱਕ ਇਹ ਹੀਰਾ ਨਾ ਰੁਕ ਸਕਿਆ। ਜਦੋਂ ਨਾਦਰ ਸ਼ਾਹ ਦੀ ਮੌਤ ਹੋਈ ਉਸ ਤੋਂ ਬਾਅਦ ਉਹਨਾਂ ਦੇ ਹੀ ਅਫਗਾਨ ਅੰਗ ਰੱਖਿਅਕ ਅਹਿਮਦ ਸ਼ਾਹ ਅਬਦਾਲੀ ਦੇ ਹੱਥਾਂ ਦੇ ਵਿੱਚ ਇਹ ਹੀਰਾ ਆਇਆ। ਅਹਿਮਦ ਸ਼ਾਹ ਅਬਦਾਲੀ ਤੋਂ ਅੱਗੇ ਕਈ ਸ਼ਾਸਕਾਂ ਦੇ ਹੱਥਾਂ ਦੇ ਵਿੱਚ ਹੁੰਦਾ ਹੋਇਆ ਇਹ ਹੀਰਾ ਆਖਿਰਕਾਰ 1813 ਈਸਵੀ ਦੇ ਵਿੱਚ ਖਾਲਸਾ ਰਾਜ ਦੇ ਜਿਹੜੇ ਸ਼ਾਸਕ ਸੀਗੇ, ਬਾਦਸ਼ਾਹ ਸੀ, ਮਹਾਰਾਜਾ ਰਣਜੀਤ ਸਿੰਘ ਦੇ ਕੋਲ ਪਹੁੰਚਿਆ। ਮਹਾਰਾਜਾ ਰਣਜੀਤ ਸਿੰਘ ਨੂੰ ਵੀ ਇਹ ਹੀਰਾ ਬਹੁਤ ਪਿਆਰਾ ਸੀ ਤੇ ਉਹ ਇਸ ਹੀਰੇ ਨੂੰ ਅਕਸਰ ਹੀ ਜਦੋਂ ਕੋਈ ਖਾਸ ਤਿਉਹਾਰ ਹੁੰਦੇ ਸੀ, ਖਾਸ ਦਿਨ ਹੁੰਦੇ ਸੀ, ਦੀਵਾਲੀ, ਦੁਸਹਿਰਾ, ਤਾਂ ਆਪਣੀ ਬਾਂਹ ਦੇ ਵਿੱਚ ਪਾ ਕੇ ਇਹਨੂੰ ਬਾਹਰ ਨਿਕਲਦੇ ਸੀ। ਜਾਂ ਫਿਰ ਜਦੋਂ ਕੋਈ ਬਰਤਾਨਵੀ ਸ਼ਾਸਕ ਆਉਂਦਾ ਸੀ, ਬਰਤਾਨਵੀ ਰਾਜੇ ਕੋਈ ਆਉਂਦੇ ਸੀ ਤਾਂ ਉਹਨਾਂ ਨੂੰ ਖਾਸ ਤੌਰ 'ਤੇ ਇਹ ਹੀਰਾ ਦਿਖਾਇਆ ਜਾਂਦਾ ਸੀ। ਮਹਾਰਾਜਾ ਰਣਜੀਤ ਸਿੰਘ ਜਦੋਂ ਕਿਸੇ ਬਾਹਰਲੇ ਮੁਲਕਾਂ ਦੇ ਵਿੱਚ ਜਾਂਦੇ, ਬਾਹਰਲੇ ਰਾਜਾਂ ਵਿੱਚ ਜਾਂਦੇ, ਮੁਲਤਾਨ, ਪੇਸ਼ਾਵਰ, ਕਿਸੇ ਹੋਰ ਦੇਸ਼ਾਂ ਦੇ ਵਿੱਚ ਜਾਂਦੇ, ਤਾਂ ਵੀ ਇਹ ਹੀਰਾ ਉਹਨਾਂ ਦੇ ਨਾਲ ਹੀ ਰਹਿੰਦਾ ਸੀ। ਫਿਰ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਵੀ ਮੌਤ ਹੋ ਗਈ ਤਾਂ ਇਹ ਜਿਹੜਾ ਹੀਰਾ ਆ ਉਸ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਦੇ ਕੋਲ ਆਇਆ। ਜਦੋਂ ਮਹਾਰਾਜਾ ਦਲੀਪ ਸਿੰਘ ਨੂੰ ਵੀ ਛੋਟੀ ਉਮਰ ਦੇ ਵਿੱਚ ਹੀ ਪੰਜਾਬ ਦਾ ਰਾਜਾ ਘੋਸ਼ਿਤ ਕਰ ਦਿੱਤਾ ਗਿਆ ਸੀ। ਪਰ ਦੂਜੀ ਐਂਗਲੋ ਸਿੱਖ ਜੰਗ ਵਿੱਚ ਅੰਗਰੇਜ਼ਾਂ ਦੀ ਜਿੱਤ ਤੋਂ ਬਾਅਦ ਮਹਾਰਾਜੇ ਦਾ ਸਾਰਾ ਸਾਮਰਾਜ ਅਤੇ ਇਹ ਕੀਮਤੀ ਹੀਰਾ ਵੀ ਅੰਗਰੇਜ਼ਾਂ ਦੇ ਕਬਜ਼ੇ ਦੇ ਵਿੱਚ ਹੋ ਗਿਆ, ਉਹਨਾਂ ਦੇ ਕਬਜ਼ੇ ਵਿੱਚ ਹੋ ਗਿਆ। ਜਦੋਂ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਹੋਇਆ ਇਹ ਹੀਰਾ ਉਸ ਵੇਲੇ ਵੀ ਲਾਹੌਰ ਵਿੱਚ ਹੀ ਸੀ ਪਹਿਲਾਂ, ਤਾਂ ਲਾਰਡ ਡਲਹੌਜ਼ੀ ਖੁਦ ਇਸ ਹੀਰੇ ਨੂੰ ਲਾਹੌਰ ਵਿਖੇ ਲੈਣ ਵਾਸਤੇ ਆਏ ਸੀ।
ਉਹਨਾਂ ਨੇ ਇਸ ਹੀਰੇ ਨੂੰ ਹੁਣ ਲੰਡਨ ਦੇ ਵਿੱਚ ਮਹਾਰਾਣੀ ਵਿਕਟੋਰੀਆ ਦੇ ਕੋਲ ਭੇਜਣਾ ਸੀ। ਤਾਂ ਉਹਨਾਂ ਨੇ ਇਸ ਹੀਰੇ ਨੂੰ ਜਾਂ ਲਾਹੌਰ ਦੇ ਜਿੰਨੇ ਵੀ ਉੱਥੋਂ ਦੇ ਤੋਸ਼ੇਖਾਨੇ ਵਿੱਚ ਹੀਰੇ ਸੀ ਉਹ ਸਾਰੇ ਕਢਵਾ ਕੇ ਆਪਣੇ ਹੱਥਾਂ ਵਿੱਚ ਲੈ ਲਏ ਸੀ। ਇਸ ਹੀਰੇ ਨੂੰ ਭੇਜਣ ਦੇ ਵਾਸਤੇ ਉਹਨਾਂ ਨੇ ਇੱਕ ਪਾਣੀ ਦਾ ਜਹਾਜ਼ ਮੇੜਿਆ ਕੀਤਾ, ਜਿਹਦੇ ਜ਼ਰੀਏ ਇਸ ਨੂੰ ਲੰਡਨ ਦੇ ਵਿੱਚ ਮਹਾਰਾਣੀ ਵਿਕਟੋਰੀਆ ਕੋਲ ਭੇਜਣਾ ਸੀ। ਜਹਾਜ਼ ਦੇ ਵਿੱਚ ਜਦੋਂ ਇਸ ਹੀਰੇ ਨੂੰ ਚੜਾਇਆ ਗਿਆ ਤਾਂ ਜਹਾਜ਼ ਦੇ ਬਾਕੀ ਦੇ ਲੋਕ ਜਿਹੜੇ ਸੀਗੇ ਉਹਨਾਂ ਨੂੰ ਇਸ ਗੱਲ ਦੀ ਭਨਕ ਵੀ ਨਹੀਂ ਪੈਣ ਦਿੱਤੀ ਸੀ ਕਿ ਉਹ ਜਹਾਜ਼ ਦੇ ਵਿੱਚ ਕੀ ਇਹੋ ਜਿਹੀ ਚੀਜ਼ ਹੈ ਜਿਹਨੂੰ ਲੈ ਕੇ ਲੰਡਨ ਵਿਖੇ ਜਾ ਰਹੇ ਨੇ। ਕਾਫੀ ਉਹ ਕਹਿੰਦੇ ਉਸ ਵੇਲੇ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ ਇਸ ਹੀਰੇ ਦੀ ਵਜ੍ਹਾ ਦਾ ਕਰਕੇ ਪਾਣੀ ਦੇ ਵਿੱਚ। ਆਖਿਰਕਾਰ ਇਹ ਹੀਰਾ ਮਹਾਰਾਣੀ ਵਿਕਟੋਰੀਆ ਦੇ ਕੋਲ ਲੰਡਨ ਵਿਖੇ ਪਹੁੰਚ ਗਿਆ। ਲੰਡਨ ਵਿਖੇ ਮਹਾਰਾਣੀ ਦੇ ਕੋਲ ਜਦੋਂ ਇਹ ਹੀਰਾ ਪਹੁੰਚਿਆ ਤਾਂ ਉੱਥੇ ਇਸ ਨੂੰ ਕ੍ਰਿਸਟਲ ਪੈਲੇਸ ਦੇ ਵਿੱਚ ਰੱਖਿਆ ਗਿਆ ਅਤੇ ਬਰਤਾਨੀਆ ਦੇ ਜਿਹੜੇ ਲੋਕ ਸੀਗੇ, ਉੱਥੋਂ ਦੀ ਜਨਤਾ ਸੀ, ਉਹਨਾਂ ਦੇ ਵਾਸਤੇ ਇਹਨੂੰ ਪ੍ਰਦਰਸ਼ਿਤ ਕੀਤਾ ਗਿਆ। ਤੇ ਇਹ ਕਿਹਾ ਜਾਂਦਾ ਹੈ ਕਿ ਉਸ ਤੋਂ ਪਹਿਲਾਂ ਲੰਡਨ ਦੇ ਵਿੱਚ ਇੰਨਾ ਭਾਰੀ ਇੰਨਾ ਵੱਡਾ ਇਕੱਠ ਕਦੇ ਵੀ ਨਹੀਂ ਹੋਇਆ ਸੀ ਜਿੰਨਾ ਕਿ ਇਸ ਹੀਰੇ ਨੂੰ ਦੇਖਣ ਵਾਸਤੇ ਹੋਇਆ। ਉਸ ਵੇਲੇ ਇਸ ਹੀਰੇ ਦਾ ਜਿਹੜਾ ਭਾਰ ਆ, ਵਜਨ ਆ, ਉਹ 190.3 ਕੈਰਟ ਦਾ ਸੀ। ਲੋਕਾਂ ਦਾ ਇੰਨਾ ਇਕੱਠ ਹੋ ਗਿਆ ਕਿ ਅੰਦਰ ਵੜਨ ਦੇ ਵਾਸਤੇ ਲੋਕਾਂ ਨੂੰ ਘੰਟਿਆਂ ਬੱਧੀ ਲਾਈਨਾਂ ਦੇ ਵਿੱਚ ਵੀ ਖੜੇ ਹੋਣਾ ਪਿਆ। ਫਿਰ ਇਹ ਹੀਰਾ ਮਹਾਰਾਣੀ ਵਿਕਟੋਰੀਆ ਦਾ ਸ਼ਿੰਗਾਰ ਵੀ ਸੀ ਤੇ ਉਸ ਦੀ ਸ਼ਾਨ ਵੀ ਸੀ। ਉਸ ਦੀ ਮੌਤ ਤੱਕ ਇਹ ਚੱਲਦਾ ਰਿਹਾ, ਮਹਾਰਾਣੀ ਵਿਕਟੋਰੀਆ ਦੇ ਕੋਲ ਹੀ ਰਿਹਾ, ਉਹਨਾਂ ਦੇ ਤਾਜ ਵਿੱਚ ਜੜਿਆ ਰਿਹਾ। ਮਹਾਰਾਣੀ ਵਿਕਟੋਰੀਆ ਦੀ ਮੌਤ ਤੋਂ ਬਾਅਦ ਫਿਰ ਉਹਨਾਂ ਦੇ ਬੇਟੇ ਦੇ ਕੋਲ ਨਹੀਂ ਬਲਕਿ ਉਹਨਾਂ ਦੀ ਨੌਂ ਅਲੈਗਜ਼ੈਂਡਰਾ ਦੇ ਤਾਜ ਦਾ ਇਹ ਸ਼ਿੰਗਾਰ ਬਣਿਆ ਕੋਹਿਨੂਰ ਹੀਰਾ। ਉਸ ਵੇਲੇ ਕਿਹਾ ਜਾਂਦਾ ਹੈ ਕਿ ਇਸ ਹੀਰੇ ਨੂੰ ਲੈ ਕੇ ਇੱਕ ਅੰਧ ਵਿਸ਼ਵਾਸ ਪ੍ਰਚਲਿਤ ਹੋ ਗਿਆ ਸੀ ਕਿ ਜੇਕਰ ਕੋਈ ਬੰਦਾ ਇਸ ਨੂੰ ਹੱਥ ਲਗਾਵੇਗਾ, ਇਸ ਨੂੰ ਆਪਣੇ ਤਾਜ ਵਿੱਚ ਜੜੇਗਾ ਤਾਂ ਉਹ ਹੀਰਾ ਉਸ ਨੂੰ ਬਰਬਾਦ ਕਰ ਦੇਵੇਗਾ। ਇਸ ਕਰਕੇ ਮੰਨਿਆ ਜਾਂਦਾ ਹੈ ਕਿ ਉਦੋਂ ਤੋਂ ਰਾਣੀਆਂ ਹੀ ਇਸ ਹੀਰੇ ਨੂੰ ਆਪਣੇ ਤਾਜ ਵਿੱਚ ਲਗਾਉਂਦੀਆਂ ਨੇ। ਉੱਥੋਂ ਦੇ ਜਿਹੜੇ ਕਿੰਗ ਆ ਜਾਂ ਪ੍ਰਿੰਸ ਆ ਉਹ ਇਸ ਨੂੰ ਹੱਥ ਨਹੀਂ ਲਾਉਂਦੇ, ਇਸ ਨੂੰ ਆਪਣੇ ਤਾਜ ਵਿੱਚ ਨਹੀਂ ਜੜਦੇ। ਤਾਂ ਉਹਨਾਂ ਤੋਂ ਬਾਅਦ ਜਿਵੇਂ ਇਹ ਹੀਰਾ ਅੱਗੇ ਚੱਲਦਾ ਆਇਆ ਤੇ ਫਿਰ ਕੁਈਨ ਐਲਿਜ਼ਾਬੈਥ ਦੂਜੀ ਜਿਹੜੀ ਸੀਗੀ ਐਲਿਜ਼ਾਬੈਥ, ਉਹਨਾਂ ਦੇ ਤਾਜ ਦਾ ਸ਼ਿੰਗਾਰ ਬਣਿਆ ਇਹ ਹੀਰਾ। ਅਤੇ ਉਹਨਾਂ ਤੋਂ ਬਾਅਦ ਹੁਣ ਜਿਹੜੇ ਬਰਤਾਨੀਆ ਦੇ ਕਿੰਗ ਚਾਰਲਸ ਨੇ, ਉਹਨਾਂ ਦੀ ਪਤਨੀ ਕੈਮਿਲਾ ਦੇ ਤਾਜ ਦੇ ਵਿੱਚ ਇਸ ਹੀਰੇ ਨੂੰ ਜੜਿਆ ਜਾਵੇਗਾ। ਯਾਨੀ ਕਿ ਹੁਣ ਦੇ ਮੌਜੂਦਾ ਬਰਤਾਨੀਆ ਦੇ ਕਿੰਗ ਚਾਰਲਸ ਦੀ ਪਤਨੀ ਕੈਮਿਲਾ ਦੇ ਤਾਜ ਵਿੱਚ ਜੜਿਆ ਜਾਵੇਗਾ। ਤੇ ਇਹ ਹੀਰਾ ਜੜਿਆ ਤਾਜ ਲੰਡਨ ਦੇ ਜੁਐਲ ਹਾਊਸ ਦੇ ਵਿੱਚ ਰੱਖਿਆ ਜਾਂਦਾ ਹੈ।